ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਸਾਰੀ ਸਾਧ ਸੰਗਤ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਧ ਸੰਗਤ ਜੀ, ਇਸ ਚੈਨਲ ਦੇ ਦੁਆਰਾ ਤੁਹਾਨੂੰ ਸਾਖੀਆਂ ਸੁਣਾਈਆਂ ਜਾਣਗੀਆਂ। ਸਾਧ ਸੰਗਤ ਜੀ, ਜੇ ਤੁਹਾਨੂੰ ਸਾਖੀਆਂ ਦੀ ਰੂਹਾਨੀਅਤ ਗੱਲਾਂ ਸੁਣਨੀਆਂ ਪਸੰਦ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਓ। ਸਾਧ ਸੰਗਤ ਜੀ, ਅੱਜ ਦੀ ਜਿਹੜੀ ਸਾਖੀ ਹੈ ਉਹ ਗੁਰੂ ਨਾਨਕ ਦੇਵ ਜੀ ਦੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਮ੍ਰਿਤਕ ਸਰੀਰ ਕਿਉਂ ਨਹੀਂ ਮਿਲਿਆ ਸੀ। ਸਾਧ ਸੰਗਤ ਜੀ, ਅੱਜ ਦੀ ਸਾਖੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਹੈ। ਜਦੋਂ ਸਤਿਗੁਰੂ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਸੀ ਤੇ ਉਸ ਵਕਤ ਦੋ ਵਿਧੀਆਂ ਪ੍ਰਚਲਨ ਸੀ। ਇੱਕ ਵੈਦਿਕ ਤਰੀਕੇ ਨਾਲ ਜਿਸ 'ਚ ਸਰੀਰ ਨੂੰ ਜਲਾਇਆ ਜਾਂਦਾ ਸੀ ਤੇ ਦੂਸਰਾ ਮੁਸਲਮਾਨਾਂ ਦੇ ਤਰੀਕੇ ਨਾਲ ਜਿਸ 'ਚ ਸਰੀਰ ਨੂੰ ਦਫਨਾਇਆ ਜਾਂਦਾ ਸੀ। ਲੇਕਿਨ ਸਾਧ ਸੰਗਤ ਜੀ, ਗੁਰੂ ਜੀ ਆਹ ਦੋਨੋਂ ਪਰੰਪਰਾਵਾਂ ਤੋਂ ਉੱਪਰ ਸੀ ਔਰ ਉਹਨਾਂ ਨੇ ਹਮੇਸ਼ਾ ਨਿਰਪੇਖ ਜੀਵਨ ਜੀਆ ਸੀ ਅਤੇ ਉਹਨਾਂ ਦਾ ਨਾਅਰਾ ਸੀ, ਮੈਂ ਨਾ ਹਿੰਦੂ ਹਾਂ ਅਤੇ ਨਾ ਮੈਂ ਮੁਸਲਮਾਨ, ਅਤੇ ਮੈਂ ਪਰਮ ਜੋਤੀ ਦਾ ਸੇਵਕ ਇੱਕ ਇਨਸਾਨ ਮਾਤਰ ਹਾਂ। ਇਸ ਲਈ ਸਤਿਗੁਰੂ ਜੀ ਨੇ ਆਪਣੇ ਛੋਟੇ ਵਰਸ਼ ਦੀ ਆਯੂ 'ਚ ਵੀ ਜਨੇਊ ਧਾਰਨ ਕਰਨ ਲਈ ਮਨ੍ਹਾ ਕਰ ਦਿੱਤਾ ਸੀ। ਸਤਿਗੁਰੂ ਜੀ ਆਪਣੇ ਆਪ ਨੂੰ ਕਿਸੇ ਧਰਮ ਜਾਂ ਜਾਤੀ 'ਚ ਬੰਨ੍ਹਣਾ ਨਹੀਂ ਚਾਹੁੰਦੇ ਸੀ। ਸਤਿਗੁਰੂ ਜੀ ਦਾ ਕਹਿਣਾ ਸੀ ਕਿ ਆਪਾਂ ਉਸ ਸਾਰੇ ਕਰਤਾਰ ਦੇ ਸੇਵਕ ਹਾਂ, ਜਿੰਦੀ ਕੋਈ ਜਾਤ ਨਹੀਂ ਹੈ, ਕੋਈ ਧਰਮ ਨਹੀਂ ਹੈ, ਅਤੇ ਆਪਣਾ ਫਿਰ ਕਿਵੇਂ ਹੋ ਸਕਦਾ ਹੈ। ਔਰ ਸਤਿਗੁਰੂ ਜੀ ਕਹਿੰਦੇ ਸੀ ਕਿ ਇਸਤਰੀ ਔਰ ਪੁਰਸ਼ ਨੂੰ ਲੈ ਕੇ ਵੀ ਸਾਰੇ ਮਤਭੇਦ ਉਤਪੰਨ ਕੀਤੇ ਜਾਂਦੇ ਹੈ, ਜਦਕਿ ਦੋਨਾਂ ਨੂੰ ਸਮਾਜ 'ਚ ਇੱਕ ਜਿਹਾ ਸਨਮਾਨ ਮਿਲਣਾ ਚਾਹੀਦਾ ਹੈ। ਸਾਧ ਸੰਗਤ ਜੀ, ਜਿੱਥੇ ਸਤਿਗੁਰੂ ਨੇ ਹਿੰਦੂ ਸਮਾਜ ਦੇ ਹਿੰਦੂਆਂ 'ਚ ਹੋਣ ਵਾਲੇ ਪਖੰਡਾਂ ਨੂੰ ਖਤਮ ਕੀਤਾ, ਉੱਥੇ ਸਤਿਗੁਰੂ ਜੀ ਨੇ ਮੁਸਲਮਾਨਾਂ 'ਚ ਹੋਣ ਵਾਲੇ ਰੂੜੀਵਾਦੀ ਵਿਚਾਰਾਂ ਦਾ ਵੀ ਖੰਡਨ ਕੀਤਾ। ਕੁਝ ਲੋਕਾਂ ਨੇ ਪ੍ਰਸਤਾਵ ਰੱਖਿਆ ਕਿ ਸਤਿਗੁਰੂ ਜੀ ਦੀ ਰਾਏ ਜਾਣਨ ਦੇ ਲਈ ਉਹਨਾਂ ਦੀ ਬਾਣੀ ਤੋਂ ਸੀਖ ਲਿੱਤੀ ਜਾਏ। ਇਸ ਲਈ ਕੁਝ ਪ੍ਰਮੁੱਖ ਸੇਵਕ ਨੇ ਉਹਨਾਂ ਦੀ ਬਾਣੀ 'ਚ ਕੁਝ ਵਿਸ਼ੇਸ਼ ਸ਼ਬਦ ਜੋ ਕਿ ਮ੍ਰਿਤਕ ਸੰਸਕਾਰ ਦੇ ਲਈ ਸੀ, ਉਹ ਜਨ ਸੰਧਾਰਨ ਲਈ ਸੁੰਦਰ ਸੰਦੇਸ਼ ਸੀ ਜੋ ਸਤਿਗੁਰੂ ਜੀ ਨੇ ਦਿੱਤਾ ਸੀ, ਉਸ ਤੋਂ ਪ੍ਰਸਤੁਤ ਕੀਤਾ ਗਿਆ ਸੀਗਾ, ਜਿਸ ਦਾ ਅਰਥ ਹੈ ਕਿ ਸਤਿਗੁਰੂ ਫਰਮਾਨ ਕਰਦੇ ਹੈ ਕਿ ਮ੍ਰਿਤਕ ਸਰੀਰ ਜਲਣਾ ਚਾਹੀਏ ਜਾਂ ਫਿਰ ਦਫਨਾਉਣਾ ਚਾਹੀਏ। ਬਾਣੀ 'ਚ ਸਤਿਗੁਰੂ ਕਹਿੰਦੇ ਨੇ ਕਿ ਮੁਸਲਮਾਨ ਲੋਕ ਆ ਸਮਝਦੇ ਹੈ ਕਿ ਜਿਨ੍ਹਾਂ ਦਾ ਸਰੀਰ ਮੌਤ ਤੋਂ ਬਾਅਦ ਜਲਾਇਆ ਜਾਂਦਾ ਹੈ ਉਹ ਦੋਜ਼ਖ ਦੀ ਅੱਗ 'ਚ ਯਾਨੀ ਨਰਕ ਦੀ ਅੱਗ 'ਚ ਜਲਦੇ ਹੈ। ਲੇਕਿਨ ਉਹ ਗੱਲ ਭੁੱਲ ਜਾਂਦੇ ਹੈ ਕਿ ਜਦੋਂ ਜਿਸ ਜਗ੍ਹਾ 'ਤੇ ਮੁਰਦਿਆਂ ਨੂੰ ਦਫਨਾਇਆ ਜਾਂਦਾ ਹੈ ਅਤੇ ਕੁਮਹਾਰ ਕਦੇ ਕਦੇ ਉਹ ਮਿੱਟੀ ਆਪਣੇ ਹੱਥਾਂ ਨਾਲ ਲੈ ਜਾਂਦਾ ਹੈ, ਉਸ ਮਿੱਟੀ ਨਾਲ ਕੁਮਹਾਰ ਬਰਤਨ ਵੀ ਬਣਾਉਂਦਾ ਹੈ ਅਤੇ ਘੜੇ ਵੀ ਬਣਾਉਂਦਾ ਹੈ ਅਤੇ ਉਸ ਨੂੰ ਇੱਟਾਂ ਵੀ ਬਣਾਉਂਦਾ ਹੈ। ਅਤੇ ਸਾਧ ਸੰਗਤ ਜੀ, ਅੰਤ 'ਚ ਮੁਸਲਮਾਨ ਕਬਰ ਦੀ ਮਿੱਟੀ ਵੀ ਅੱਗ 'ਚ ਜਲਦੀ ਹੈ ਅਤੇ ਉਹ ਪੁਕਾਰ ਕਰਦੀ ਹੈ ਅਤੇ ਰੋਂਦੀ ਹੈ। ਇਸ ਲਈ ਮੁਕਤੀ ਦਾ ਜਲਾਉਣ ਔਰ ਦਫਨਾਉਣ ਨਾਲ ਕੋਈ ਸੰਬੰਧ ਨਹੀਂ ਹੈ। ਹੇ ਨਾਨਕ, ਜਿਸ ਕਰਤਾਰ ਇਸ ਜਗਤ ਨੂੰ ਬਣਾਇਆ, ਕੇਵਲ ਉਹੀ ਇਸ ਭੇਦ ਨੂੰ ਜਾਣਦਾ ਹੈ। ਔਰ ਅੱਗੇ ਸਤਿਗੁਰੂ ਜੀ ਫਰਮਾਉਂਦੇ ਹੈ ਕਿ ਕਿਸੇ ਨੂੰ ਜਲਾਇਆ ਜਾਂਦਾ ਹੈ ਅਤੇ ਕਿਸੇ ਨੂੰ ਦਫਨਾਇਆ ਜਾਂਦਾ ਹੈ, ਕਿਸੇ ਨੂੰ ਕੁੱਤੇ ਖਾਂਦੇ ਹੈ ਅਤੇ ਕਿਸੇ ਦਾ ਜਲ ਪ੍ਰਵਾਹ ਕੀਤਾ ਜਾਂਦਾ ਹੈ, ਔਰ ਕੋਈ ਸੁੱਕੇ ਕੂਏ 'ਚ ਰੱਖ ਦਿੱਤੇ ਜਾਂਦੇ ਹੈ। ਪਰੰਤੂ ਹੇ ਨਾਨਕ, ਸਰੀਰ ਨੂੰ ਜਲਾਉਣ ਔਰ ਦਬਾਣੇ ਦੇ ਦਫਨਾਉਣ ਤੋਂ ਇਹ ਪਤਾ ਨਹੀਂ ਲੱਗਦਾ ਕਿ ਰੂਹਾਂ ਕਿੱਥੇ ਜਾ ਵਸਦੀਆਂ ਨੇ। ਇਸ ਰਚਨਾ ਨੂੰ ਸੁਣ ਕੇ ਸਾਰੇ ਇੱਕਮਤ ਹੋ ਕੇ ਸਭ ਨੇ ਕਿਹਾ ਕਿ ਗੁਰੂ ਜੀ ਦੀ ਇੱਛਾ ਅਨੁਸਾਰ ਪਰੰਪਰਾ ਤੋਂ ਉੱਪਰ ਉੱਠ ਕੇ ਕੋਈ ਨਈ ਵਿਧੀ ਅਨੁਸਾਰ ਬਿਨਾਂ ਕਰਮ ਕਾਂਡ ਤੋਂ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਏ। ਇਸ ਪ੍ਰਕਾਰ ਸਤਿਗੁਰੂ ਜੀ ਦੇ ਸਰੀਰ ਦਾ ਜਲ ਪ੍ਰਵਾਹ ਕਰ ਦਿੱਤਾ ਗਿਆ ਤਾਂ ਕਿ ਉਹਨਾਂ ਦੀ ਇੱਛਾ ਅਨੁਸਾਰ ਕੋਈ ਸਮਾਧੀ ਜਾਂ ਜਗ੍ਹਾ ਨਾ ਬਣ ਸਕੇ। ਸਾਧ ਸੰਗਤ ਜੀ, ਜਦ ਸਤਿਗੁਰੂ ਨਾਨਕ ਬਨਾਰਸ 'ਚ ਕਬੀਰ ਪੰਥੀ ਦੇ ਲੋਕਾਂ ਨੂੰ ਮਿਲੇ ਤਾਂ ਸਤਿਗੁਰੂ ਨੇ ਉਹਨਾਂ ਦੀ ਬਾਣੀ ਆਪਣੀ ਪੋਥੀ 'ਚ ਵੀ ਸ਼ਾਮਿਲ ਕਰ ਲਿੱਤੀ, ਜੋ ਕਿ ਆਪਣੀ ਵਿਚਾਰਧਾਰਾ ਦੇ ਅਨੁਰੂਪ ਸੀ, ਜਿਸ ਦਾ ਇੱਕ ਸ਼ਬਦ ਇਸ ਪ੍ਰਕਾਰ ਹੈ ਕਿ ਹਿੰਦੂ ਲੋਕ ਮੂਰਤੀਆਂ ਨੂੰ ਪੂਜ ਕੇ ਦੁਖੀ ਹੋ ਰਹੇ ਹੈ ਅਤੇ ਮੁਸਲਮਾਨ ਖੁਦ ਮੱਕੇ 'ਚ ਮੌਜੂਦ ਰੱਬ ਨੂੰ ਸਮਝ ਕੇ ਉਸ ਨੂੰ ਪੂਜ ਰਹੇ ਹੈ। ਹਿੰਦੂ ਆਪਣੇ ਮੁਰਦਾਂ ਨੂੰ ਜਲਾ ਦਿੰਦੇ ਹੈ ਅਤੇ ਮੁਸਲਮਾਨ ਉਸ ਨੂੰ ਦਫਨਾ ਦਿੰਦੇ ਹੈ।
ਇਸੀ ਗੱਲ 'ਤੇ ਉਹ ਝਗੜਦੇ ਰਹਿੰਦੇ ਹੈ ਕਿ ਪ੍ਰਭੂ ਕਿੱਦਾਂ ਦਾ ਹੈ। ਪ੍ਰਭੂ ਇਹ ਗੱਲ ਸਮਝ ਨਹੀਂ ਆਈ। ਸਤਿਗੁਰੂ ਨਾਨਕ ਦੀ ਮ੍ਰਿਤਿੂ ਤੋਂ ਬਾਅਦ ਕੀ ਹੋਇਆ, ਉਸ 'ਤੇ ਬਹੁਤ ਸਾਰੇ ਗਿਆਨੀਆਂ ਨੇ ਆਪਣੇ ਮਤਭੇਦ ਵੀ ਦਿੱਤੇ ਕਿ ਜਦ ਸਤਿਗੁਰੂ ਨਾਨਕ ਜੀ ਦੀ ਮ੍ਰਿਤਿੂ ਹੋਈ ਤਾਂ ਹਿੰਦੂ ਔਰ ਮੁਸਲਮਾਨਾਂ 'ਚ ਇਸ ਗੱਲ ਨੂੰ ਲੈ ਕੇ ਝਗੜਾ ਵੀ ਹੋਇਆ ਕਿ ਕੌਣ ਉਹਨਾਂ ਦੇ ਸਰੀਰ ਨੂੰ ਜਲਾਏਗਾ ਅਤੇ ਕੌਣ ਉਹਨਾਂ ਦੇ ਸਰੀਰ ਨੂੰ ਦਫਨਾਏਗਾ। ਅਤੇ ਕਹਿੰਦੇ ਹੈ ਕਿ ਸਤਿਗੁਰੂ ਜੀ ਦਾ ਸਰੀਰ ਫੁੱਲਾਂ ਵਾਂਗ ਹੀ ਦਫਨਾਇਆ ਜਾਏਗਾ। ਸਾਧ ਸੰਗਤ ਜੀ, ਇਹ ਵਾਕਿਆ ਹੈ ਜੈਸਾ ਸਰਦਾਰ ਜਸਵੀਰ ਸਿੰਘ ਜੀ ਨੇ ਲਿਖਿਆ ਹੈ ਅਤੇ ਸਾਰਥਕ ਲੱਗਦਾ ਹੈ। ਸਾਧ ਸੰਗਤ ਜੀ, ਤੁਸੀਂ ਇਸ ਵਿਸ਼ੇ 'ਚ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਦੱਸਿਓ। ਅਤੇ ਸਾਧ ਸੰਗਤ ਜੀ, ਸਤਿਗੁਰੂ ਨਾਨਕ ਜੀ ਨੇ ਜਦੋਂ ਸਰੀਰ ਛੱਡਿਆ ਤਾਂ ਉਸ ਤੋਂ ਬਾਅਦ ਸਤਿਗੁਰੂ ਅੰਗਦ ਦੇਵ ਜੀ ਸਤਿਗੁਰੂ ਨਾਨਕ ਦੇਵ ਜੀ ਬਣ ਗਏ ਸੀ ਔਰ ਉਹਨਾਂ ਦਾ ਹਿਰਦੇ ਕਿਸੇ ਫਲ ਦੀ ਇੱਛਾ ਨਹੀਂ ਰੱਖਦਾ ਸੀ। ਉਹ ਤਾਂ ਕੇਵਲ ਪ੍ਰਭੂ ਚਰਨਾਂ 'ਚ ਲੀਨ ਹੀ ਰਹਿਣਾ ਚਾਹੁੰਦੇ ਸੀ ਅਤੇ ਸਤਿਗੁਰ ਦਾ ਆਦੇਸ਼ ਪਾਉਂਦੇ ਹੀ ਉਹਨਾਂ ਦੀ ਇੱਛਾ ਅਨੁਸਾਰ ਉਹਨਾਂ ਦੀ ਪ੍ਰਸੰਨਤਾ ਲਈ ਆਪਣੇ ਨਗਰ ਖਰੂੜ ਲੌਟ ਗਏ। ਖਰੂੜ ਲੌਟ ਕੇ ਸਤਿਗੁਰ ਸਿੱਧੇ ਆਪਣੀ ਭੂਆ ਪਿਰਾਈ ਜੀ ਦੇ ਘਰੇ ਪਹੁੰਚੇ ਅਤੇ ਉਹਨਾਂ ਨੂੰ ਅਨੁਰੋਧ ਕੀਤਾ ਕਿ ਮੈਨੂੰ ਇੱਕ ਇਕਾਂਤਵਾਸ ਲਈ ਇੱਕ ਕਮਰਾ ਚਾਹੀਦਾ ਹੈ ਔਰ ਮੇਰੇ ਇੱਥੇ ਹੋਣ ਦਾ ਭੇਦ ਕਿਸੇ ਨੂੰ ਵੀ ਨਾ ਦਿੱਤਾ ਜਾਵੇ, ਇੱਥੋਂ ਤੱਕ ਕਿ ਮੇਰੇ ਪਰਿਵਾਰ ਨੂੰ ਵੀ ਨਹੀਂ ਦਿੱਤਾ ਜਾਵੇ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰੀ ਬੰਦਗੀ 'ਚ ਕੋਈ ਬਾਧਾ ਪਾ ਸਕੇ। ਸਤਿਗੁਰ ਜੀ ਦੀ ਭੂਆ ਨੇ ਕਿਹਾ ਕਿ ਇਹੋ ਹੀ ਹੋਊਗਾ। ਭੂਆ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਆਪਣੀ ਬੰਦਗੀ 'ਚ ਲੀਨ ਹੋ ਗਏ ਅਤੇ ਉੱਧਰ ਸਤਿਗੁਰੂ ਨਾਨਕ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਔਰ ਪਰਮ ਜੋਤੀ 'ਚ ਲੀਨ ਹੋ ਗਏ। ਸਾਧ ਸੰਗਤ ਜੀ, ਜਦ ਇਹ ਗੱਲ ਦੂਰ ਦੂਰ ਤੱਕ ਜਾ ਪਹੁੰਚੀ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਹੈ ਔਰ ਪਰਮ ਜੋਤੀ 'ਚ ਲੀਨ ਹੋ ਗਏ ਹੈ ਤਾਂ ਸਾਧ ਸੰਗਤ ਜੀ, ਉਹਨਾਂ ਦੇ ਉੱਤਰਾਧਿਕਾਰੀ ਨੂੰ ਦੇਖਣ ਲਈ ਉੱਥੇ ਸਾਰੇ ਜਾ ਪਹੁੰਚੇ। ਉਹਨਾਂ ਦੇ ਦਰਸ਼ਨ ਲਈ ਉਮੜ ਪਏ, ਲੇਕਿਨ ਕਰਤਾਰਪੁਰ 'ਚ ਆਉਣ ਤੋਂ ਬਾਅਦ ਉਹਨਾਂ ਨੂੰ ਮਾਲੂਮ ਹੋਇਆ ਕਿ ਉਹਨਾਂ ਦੇ ਉੱਤਰਾਧਿਕਾਰੀ ਉਹਨਾਂ ਦੇ ਸੇਵਕ ਭਾਈ ਲਹਿਣਾ ਜੀ ਹੈ, ਉਹਨਾਂ ਦੇ ਪੁੱਤਰ ਨਹੀਂ। ਇਹ ਸੰਦੇਸ਼ ਪਾ ਕੇ ਸੰਗਤ ਖਡੂਰ ਨਗਰ ਦੇ ਲਈ ਨਿਕਲ ਗਈ ਅਤੇ ਉਹਨਾਂ ਦੇ ਦਰਸ਼ਨ ਲੈਣ ਲਈ ਪਹੁੰਚ ਗਈ। ਲੇਕਿਨ ਉੱਥੋਂ ਵੀ ਉਹਨਾਂ ਨੂੰ ਨਿਰਾਸ਼ ਹੋਣਾ ਪਿਆ, ਕਿਉਂਕਿ ਸਤਿਗੁਰੂ ਨਾਨਕ ਦੇ ਉੱਤਰਾਧਿਕਾਰੀ ਸ਼੍ਰੀ ਗੁਰੂ ਅੰਗਦ ਦੇਵ ਜੀ ਉੱਥੇ ਕਿਤੇ ਵੀ ਨਹੀਂ ਦਿਖਾਈ ਦਿੱਤੇ ਅਤੇ ਭੂਆ ਪਿਰਾਈ ਜੀ ਨੇ ਦਿੱਤੇ ਗਏ ਆਸ਼ਵਾਸਨ ਨੂੰ ਪੂਰੀ ਤਰ੍ਹਾਂ ਦਾ ਪਾਲਣ ਕੀਤਾ। ਉਹਨਾਂ ਨੂੰ ਕਿਸੇ ਨੂੰ ਵੀ ਮਿਲਣ ਲਈ ਇਜਾਜ਼ਤ ਨਹੀਂ ਦਿੱਤੀ। ਕਈ ਦਿਨ ਬੀਤ ਗਏ, ਲੇਕਿਨ ਸੰਗਤ ਬਹੁਤ ਵਿਆਕੁਲ ਹੋ ਉੱਠੀ। ਉਹਨਾਂ ਸੋਚਣ ਲੱਗੀ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਕਿਸ ਪ੍ਰਕਾਰ ਅਤੇ ਕਿੱਥੇ ਉਹਨਾਂ ਨੂੰ ਲੱਭਿਆ ਜਾਵੇ। ਅਤੇ ਕੁਛ ਸ਼ਰਧਾਲੂ ਭਗਤ ਜਨਾਂ ਨੇ ਬਾਬਾ ਬੁੱਢਾ ਜੀ ਤੋਂ ਵਿਨਤੀ ਕੀਤੀ ਕਿ ਸਾਨੂੰ ਨਹੀਂ ਪਤਾ ਕਿ ਗੁਰੂ ਅੰਗਦ ਦੇਵ ਜੀ ਕਿੱਥੇ ਹੈ, ਕਿਰਪਾ ਕਰਕੇ ਸਾਡੀ ਉਹਨਾਂ ਨੂੰ ਲੱਭਣ 'ਚ ਮਦਦ ਕਰੋ। ਬਾਬਾ ਬੁੱਢਾ ਜੀ ਸੰਗਤ ਨੂੰ ਲੈ ਕੇ ਖਰੂੜ ਨਗਰ ਪਹੁੰਚੇ ਔਰ ਉੱਥੇ ਉਹਨਾਂ ਨੇ ਯੁਕਤੀ ਦੇ ਨਾਲ ਕੰਮ ਲਿੱਤਾ ਔਰ ਗੁਰੂ ਘਰ 'ਚ ਕੀਰਤਨੀਆ ਭਾਈ ਬਲਵਾੜਨੜਾ ਤੋਂ ਕੀਰਤਨ ਕਰਨ ਲਈ ਕਿਹਾ ਔਰ ਸੰਗਤ ਉਹਨਾਂ ਦੇ ਨਾਲ ਕੀਰਤਨ ਕਰਦੇ ਹੋਏ ਖਰੂੜ ਨਗਰ ਦੀ ਗਲੀਆਂ 'ਚ ਘੁੰਮਣ ਲੱਗੀ। ਅਤੇ ਸਾਧ ਸੰਗਤ ਜੀ, ਅੱਗੇ ਕੀ ਹੋਇਆ ਇਹ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਧ ਸੰਗਤ ਜੀ, ਇਸ ਦੇ ਨਾਲ ਆਪਾਂ ਹੁਣ ਅੱਜ ਦੀ ਸਾਖੀ ਨੂੰ ਵਿਰਾਮ ਦਿੰਦੇ ਹਾਂ ਅਤੇ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਅੱਗੇ ਮਿਲਾਂਗੇ ਇਹੋ ਜਿਹੀਆਂ ਹੀ ਹੋਰ ਨਵੀਂ ਸਾਖੀਆਂ ਦੇ ਨਾਲ। ਅਗਰ ਤੁਹਾਨੂੰ ਇਹ ਸਾਖੀ ਅੱਛੀ ਲੱਗੀ ਹੋਏ ਤਾਂ ਸਾਧ ਸੰਗਤ ਜੀ ਇਹਨੂੰ ਸਾਰੇ ਸਤਸੰਗੀ ਨਾਲ ਸ਼ੇਅਰ ਕਰਿਓ। ਅਤੇ ਸਾਧ ਸੰਗਤ ਜੀ, ਸਤਸੰਗ ਔਰ ਸਾਖੀਆਂ ਅਤੇ ਇਹੋ ਜਿਹੀ ਰੂਹਾਨੀਆਂ ਗੱਲਾਂ ਸੁਣਨਾ ਤੁਹਾਨੂੰ ਜੇ ਪਸੰਦ ਹੈ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਬੈਲ ਨੋਟੀਫਿਕੇਸ਼ਨ ਨੂੰ ਵੀ ਔਨ ਕਰ ਲਿਓ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।